ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਉੱਚੀਆਂ ਪਦਵੀਆਂ ਦੇ ਉੱਤੇ ਧਾਰਮਿਕ ਪਦਵੀਆਂ ਦੇ ਉੱਤੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਅੱਜ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਸਤੇ ਤਿਆਰ ਨਜ਼ਰ ਆਉਂਦੇ ਨੇ। ਨਰਿੰਦਰ ਮੋਦੀ ਵਰਗਾ ਜਿਹੜਾ ਇੱਕ ਗੈਰ ਸਿੱਖ ਬੰਦਾ ਏਡੇ ਵੱਡੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠ ਕੇ ਉਹ ਇਹ ਗੱਲ ਕਵੇ ਕਿ ਗੁਰੂ ਗੋਬਿੰਦ ਸਿੰਘ ਨੇ ਰਮਾਇਣ ਲਿਖੀ ਆ ਤੇ ਇਹ ਕਿਸੇ ਵੀ ਸਿੱਖ ਦੇ ਭਾਵੇਂ ਉਹ ਕਿਸੇ ਵੀ ਧੜੇ ਪਾਰਟੀ ਸੰਪਰਦਾ ਕਿਤੇ ਵੀ ਦੇਸ਼ ਵਿਦੇਸ਼ ਵਿੱਚ ਕਿਉਂ ਨਾ ਬੈਠਾ ਹੋਵੇ ਉਹਦੇ ਗਲੇ ਤੋਂ ਥੱਲੇ ਨਹੀਂ ਉਤਰਦੇ। गुरु गोविंद सिंह जी ने तो खुद गोविंद रामायण लिखी है, गोविंद रामायण लिखी है, गोविंद रामायण लिखी, गोविंद रामायण लिखी है। ਗਿਆਨੀ ਇਕਬਾਲ ਸਿੰਘ ਉਹ ਇਹਦਾ ਜਵਾਬ ਦੇ ਆ, ਉਹਨਾਂ ਨੂੰ ਜਵਾਬ ਦੇਣਾ ਪਊਗਾ। ਉਹਨਾਂ ਨੇ ਕਿਹੜੀ ਹੈਸੀਅਤ ਦੇ ਵਿੱਚ ਇਹ ਗੱਲ ਕਹੀ ਆ ਉਹਦਾ ਜਵਾਬ ਜਿਹੜਾ ਹੈ ਉਹ ਕੌਮ ਮੰਗਦੀ ਆ ਤੇ ਉਹਨਾਂ ਨੂੰ ਅਸੀਂ ਇੱਥੇ ਬੁਲਾਇਆ। गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी। 15 ਦਿਨ ਦੇ ਅੰਦਰ ਨਰਿੰਦਰ ਮੋਦੀ ਆਪਣਾ ਬਿਆਨ ਵਾਪਸ ਲਵੇ ਔਰ ਸਿੱਖ ਕੌਮ ਤੋਂ ਮਾਫੀ ਮੰਗੇ। ਅਗਰ ਉਹ ਨਹੀਂ ਮੰਗਦਾ ਆਪਣੇ ਹੰਕਾਰ ਤੇ ਹਉਮੈ ਦੇ ਵਿੱਚ ਉਹ ਖੜਾ ਰਹਿੰਦਾ ਹੈ ਤੇ ਫਿਰ ਖਾਲਸਾ ਪੰਥ ਨੂੰ ਅਸੀਂ ਅਪੀਲ ਕਰਾਂਗੇ ਕਿ ਸਾਰਾ ਖਾਲਸਾ ਪੰਥ ਭਾਰਤੀ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ 295 ਏ ਦੇ ਅਧੀਨ ਗੁਰੂ ਸਾਹਿਬ ਦੀ ਬਾਣੀ ਦੀ ਬੇਅਦਬੀ ਦੀ ਜਿਹੜੀ ਇਹ ਧਾਰਾ ਹੈ ਉਹਦੇ ਅਧੀਨ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਬੈਠਾ ਹੈ ਉਹ ਫਿਰ ਅਸੀਂ ਪਰਚੇ ਦਰਜ ਕਰਵਾਉਣ ਵਾਸਤੇ ਗੱਲ ਕਰਾਂ। ਸਾਰੀ ਕੌਮ ਦੀ ਤਸੱਲੀ ਕਰਾਉਂਦੇ ਵੀ ਹਾਂ ਅਸੀਂ ਲਵ ਕੁਸ਼ ਦੀ ਔਲਾਦ ਆ, ਪਰ ਇਹ ਅੱਜ ਪਾਸੇ ਜਾ ਕੇ ਕਿਸੇ ਨੂੰ ਖੁਸ਼ ਕਰਨ ਵਾਸਤੇ ਇਹ ਬਿਲਕੁਲ ਨਹੀਂ ਬਰਦਾਸ਼ਤ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ, ਅਸੀਂ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੇ। ਸਾਡੀ ਇੱਕ ਵੱਖਰੀ ਕੌਮ ਆ, ਸਾਡੀ ਇੱਕ ਵੱਖਰੀ ਹੋਂਦ ਆ। ਜੇ ਤਾਂ ਕਿਸੇ ਬਾਹਰ ਕਿਸੇ ਗੁਰਦੁਆਰੇ ਦੇ ਕਿਸੇ ਦੇ ਘਰੋਂ ਇਹ ਚੋਰੀ ਹੋਏ ਹੋਣ ਫਿਰ ਤਾਂ ਅਸੀਂ ਉੱਥੇ ਜਾ ਕੇ ਪੁੱਛੀਏ ਵੀ ਦੱਸੋ ਕਿੱਧਰ ਗਏ। ਇਹ ਤਾਂ ਸ਼੍ਰੋਮਣੀ ਕਮੇਟੀ ਜਾਂ ਇੱਥੇ ਜਿਹੜੇ ਜਥੇਦਾਰ ਬੈਠੇ ਨੇ ਉਹ ਜਵਾਬ ਦੇਣ ਇਸ ਗੱਲ ਦਾ। ਕੋਈ ਆਮ ਬੰਦਾ ਜਦੋਂ ਕਿਸੇ ਪਿੰਡ 'ਚ ਉੱਠ ਕੇ ਆਉਂਦਾ ਉਹ ਲੁਕ ਸਕਦਾ ਹੈ। ਜਿਹੜਾ ਬੰਦਾ ਸਰਕਾਰੀ ਦਰਬਾਰੇ 2 ਵਾਰੀ ਮੰਤਰੀ ਰਿਹਾ ਹੋਵੇ, ਕੱਲੇ ਦੇ ਸਾਹਮਣੇ ਉਹਦੀ ਤਸਵੀਰ ਉਹਦੀ ਅੱਖਾਂ ਦੇ ਅੱਗੇ ਹੋਵੇ ਤੇ ਕੀ ਗੱਲ ਆ। ਉਸ ਸੰਪਰਦਾ ਦੇ ਜਿਹੜੇ ਮੁਖੀ ਸੀ ਜਾਂ ਜਿਹੜੇ ਉਹ 5 ਪਿਆਰੇ ਸੀ ਜਾਂ ਜਿਹੜੇ ਉੱਥੋਂ ਦੇ ਪ੍ਰਬੰਧਕ ਕਮੇਟੀ ਸੀ ਉਹਨਾਂ ਨੇ ਅੱਖਾਂ ਮੀਟੀਆਂ ਸੀ, ਬੁਰਕਾ ਪਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਤੇ ਜਿਹੜੇ ਕਿ ਧਿਆਨ ਸਿੰਘ ਜੀ ਮੰਡ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਪਹੁੰਚੇ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਸ ਟਾਈਮ ਦੇ ਉੱਤੇ ਜੋ ਪੰਥਕ ਮਸਲੇ ਬਣੇ ਹੈਗੇ ਆ, ਮੋਦੀ ਦਾ ਬਿਆਨ ਜਿਹੜਾ ਕਿ ਗੋਬਿੰਦ ਰਾਮਾਇਣ ਤੇ गुरु गोविंद सिंह जी ने तो खुद गोविंद रामायण लिखी है, गोविंद रामायण लिखी है, गोविंद रामायण लिखी है। ਲਵ ਕੁਸ਼ ਬਾਰੇ ਜ਼ਿਕਰ ਜਿਹੜਾ ਕੀਤਾ ਹੈਗਾ ਵਾ ਕਿ ਸਿੱਖ ਲਵ ਕੁਸ਼ ਦੀ ਔਲਾਦ ਆ ਉਹ ਗਿਆਨੀ ਇਕਬਾਲ ਸਿੰਘ ਨੇ। गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे उनके वंशज हैं गुरु गोविंद सिंह जी। ਤੇ ਸੁੱਚਾ ਸਿੰਘ ਲੰਗਾ ਜਿਹਨੂੰ ਕਿ ਅੰਮ੍ਰਿਤਪਾਨ ਕਰਵਾਤਾ ਜਾਂਦਾ ਤੇ 5 ਪਿਆਰੇ ਸਾਹਿਬਾਨ ਕਹਿੰਦੇ ਹੈਗੇ ਕਿ ਜਦੋਂ ਲਾਈਨ ਦੇ ਵਿੱਚ ਲੱਗਦੇ ਆਣ ਕੇ ਉਦੋਂ ਸਾਨੂੰ ਪਤਾ ਹੀ ਨਹੀਂ ਸੀ ਕੌਣ ਆ। ਤੇ ਹੋਰ ਵੀ ਕੁਝ ਮਸਲੇ ਆ ਜਿਨ੍ਹਾਂ ਤੇ ਉਹ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। 267 ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਕਿ ਗਾਇਬ ਹੈਗੇ ਆ ਉਸ ਮਸਲੇ ਤੇ ਵੀ ਉਹਨਾਂ ਦੇ ਵਿਚਾਰ ਲੈਂਦੇ ਆ। ਆਓ ਗੱਲਬਾਤ ਕਰਦੇ ਆ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਜੀ ਮੰਡ ਜੀ ਨਾਲ। ਦੇਖੋ ਜੀ, ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨਾਂ ਦੇ ਹਾਜ਼ਰੀ ਦੇ ਵਿੱਚ ਗੁਰਮਤਾ ਕੀਤਾ ਗਿਆ ਹੈ ਕਿਉਂਕਿ ਕੌਮ ਦੇ ਵਿੱਚ ਬੜੀ ਦੁਵਿਧਾ ਪਈ ਹੋਈ ਹੈ। ਉੱਚੀਆਂ ਪਦਵੀਆਂ ਦੇ ਉੱਤੇ ਧਾਰਮਿਕ ਪਦਵੀਆਂ ਦੇ ਉੱਤੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਅੱਜ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਸਤੇ ਤਿਆਰ ਨਜ਼ਰ ਆਉਂਦੇ ਨੇ। ਜਿਵੇਂ 5 ਅਗਸਤ ਨੂੰ ਰਾਮ ਮੰਦਿਰ ਦੀ ਨੀਂਹ ਰੱਖਣ ਸਮੇਂ ਹਾਲਾਂਕਿ ਮੈਂ ਸਾਰੀ ਕੌਮ ਨੂੰ ਅਪੀਲ ਕੀਤੀ ਸੀ ਵੀ ਕੋਈ ਵੀ ਗੁਰੂ ਦਾ ਸਿੱਖ ਜਿਹੜਾ ਹੈ, ਕਿਉਂਕਿ ਇਹ 2 ਕੌਮਾਂ ਦਾ ਆਪਸੀ ਝਗੜਾ ਹੈ, ਅਸੀਂ 2 ਕੌਮਾਂ ਦਾ ਬਰਾਬਰ ਦਾ ਸਤਿਕਾਰ ਕਰਦੇ ਹਾਂ। ਸਾਡੇ ਦੋਵੇਂ ਮਿੱਤਰ ਨੇ, ਝਗੜੇ ਵਾਲੀ ਥਾਂ ਹੈ, ਇੱਥੇ ਬਹੁਤ ਜਾਨਾਂ ਗਈਆਂ ਹੈ। ਇਸ ਕਰਕੇ ਸਿੱਖ ਕੌਮ ਜਿਹਨੂੰ ਸੱਦਾ ਪੱਤਰ ਵੀ ਆਇਆ ਹੈ
ਉੱਥੇ ਜਾਣ ਦੀ ਕੋਸ਼ਿਸ਼ ਨਾ ਕਰੇ, ਉਸ ਤੋਂ ਦੂਰੀ ਬਣਾ ਕੇ ਰੱਖੇ। ਅਗਰ ਲੋੜ ਪਈ ਤਾਂ ਅਸੀਂ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਜਾਂ ਖਾਲਸਾ ਪੰਥ ਜਿਹੜਾ ਸਮਝੌਤੇ ਦੇ ਵਿੱਚ ਬੈਠੂਗਾ, ਅਸੀਂ ਫੈਸਲਾ ਕਰਾਵਾਂਗੇ। ਅਸੀਂ ਕਿਸੇ ਦੀ ਧਿਰ ਨਹੀਂ ਬਣਨਾ ਚਾਹੁੰਦੇ, ਪਰ ਫਿਰ ਵੀ ਜਿਹੜੇ ਸਿੱਖਾਂ ਨੇ ਔਰ ਉਹ ਬਹੁਤ ਵੱਡੇ ਅਹੁਦਿਆਂ ਦੇ ਉੱਤੇ ਉਹਨੇ ਬੜਾ ਚਿਰ ਉਹਨਾਂ ਆਨੰਦ ਮਾਣਿਆ ਹੋਵੇ, ਸਾਰਾ ਕੁਝ ਕੀਤਾ ਹੋਵੇ, ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਜਾਂ ਸਿੱਖ ਕੌਮ ਦੇ ਨਾਲ ਖਿਲਵਾੜ ਕਰਨ ਵਾਸਤੇ ਜਾਂ ਦੁਬਿਧਾ ਪੈਦਾ ਕਰਨ ਵਾਸਤੇ ਜਿਹੜੀ ਉੱਥੇ ਬਿਆਨਬਾਜ਼ੀ ਹੋਈ ਹੈ ਉਹ ਬਹੁਤ ਗਲਤ ਹੈ। ਗਿਆਨੀ ਇਕਬਾਲ ਸਿੰਘ ਉਹ ਇਹਦਾ ਜਵਾਬਦੇਹ ਆ, ਉਹਨਾਂ ਨੂੰ ਜਵਾਬ ਦੇਣਾ ਪਊਗਾ। ਉਹਨਾਂ ਨੇ ਕਿਹੜੀ ਹੈਸੀਅਤ ਦੇ ਵਿੱਚ ਇਹ ਗੱਲ ਕਹੀ ਹੈ, ਉਹਦਾ ਜਵਾਬ ਜਿਹੜਾ ਹੈ ਉਹ ਕੌਮ ਮੰਗਦੀ ਹੈ ਤੇ ਉਹਨਾਂ ਨੂੰ ਅਸੀਂ ਇੱਥੇ ਬੁਲਾਇਆ। ਦੂਸਰਾ, ਨਰਿੰਦਰ ਮੋਦੀ ਜਿਹੜਾ ਹੈ ਬਹੁਤ ਵੱਡਾ ਅਹੁਦਾ ਹੈ ਪ੍ਰਧਾਨ ਮੰਤਰੀ ਦਾ। ਇੱਥੇ ਇਸ ਲੋਕਤੰਤਰ ਦੇ ਮੁਤਾਬਕ ਇੱਥੇ ਸਾਰੇ ਧਰਮਾਂ ਨੂੰ, ਸਾਰੀਆਂ ਕੌਮਾਂ ਨੂੰ ਬਰਾਬਰ ਦਾ ਸਾਰਿਆਂ ਨੂੰ ਅਧਿਕਾਰ ਕਾਨੂੰਨ ਦੇ ਵਿੱਚ ਦਿੱਤਾ ਹੋਇਆ ਹੈ, ਪਰ ਉਸ ਦੇ ਬਾਵਜੂਦ ਵੀ ਪਤਾ ਨਹੀਂ ਜੇ ਰਾਜ ਸਦਾ ਹੱਥ ਵਿੱਚ ਆਈ ਆ ਤੇ ਇਹ ਇੱਕ ਡਿਕਟੇਟਰਸ਼ਿਪ ਕਿਉਂ ਹੋ ਰਹੀ ਹੈ, ਘੱਟ ਗਿਣਤੀਆਂ ਦੇ ਉੱਤੇ ਕਿਉਂ ਹਮਲਾ ਕੀਤਾ ਜਾ ਰਿਹਾ। ਅਸੀਂ ਵਾਰੀ-ਵਾਰੀ ਕਹਿ ਰਹੇ ਹਾਂ ਵੀ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਇਹ ਕਿਸੇ ਦਾ ਕੋਈ ਹਿੱਸਾ ਨਹੀਂ। ਔਰ ਨਰਿੰਦਰ ਮੋਦੀ ਵਰਗਾ ਜਿਹੜਾ ਇੱਕ ਗੈਰ ਸਿੱਖ ਬੰਦਾ ਏਡੇ ਵੱਡੇ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠ ਕੇ ਉਹ ਇਹ ਗੱਲ ਕਵੇ ਕਿ ਗੁਰੂ ਗੋਬਿੰਦ ਸਿੰਘ ਨੇ ਰਮਾਇਣ ਲਿਖੀ ਆ ਤੇ ਇਹ ਕਿਸੇ ਵੀ ਸਿੱਖ ਦੇ, ਭਾਵੇਂ ਉਹ ਕਿਸੇ ਵੀ ਧੜੇ, ਪਾਰਟੀ, ਸੰਪਰਦਾ, ਕਿਤੇ ਵੀ ਦੇਸ਼ ਵਿਦੇਸ਼ ਵਿੱਚ ਕਿਉਂ ਨਾ ਬੈਠਾ ਹੋਵੇ, ਉਹਦੇ ਗਲੇ ਤੋਂ ਥੱਲੇ ਨਹੀਂ ਉਤਰਦੇ। ਸੋ ਅਸੀਂ ਉਹਨੂੰ ਵੀ, ਨਰਿੰਦਰ ਮੋਦੀ ਨੂੰ ਵੀ ਪੰਜ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨੂੰ ਆਦੇਸ਼ ਕੀਤਾ ਹੈ ਕਿ 15 ਦਿਨ ਦੇ ਅੰਦਰ ਅੰਦਰ ਨਰਿੰਦਰ ਮੋਦੀ ਆਪਣਾ ਬਿਆਨ ਵਾਪਸ ਲਵੇ ਔਰ ਸਿੱਖ ਕੌਮ ਤੋਂ ਮਾਫੀ ਮੰਗੇ। ਅਗਰ ਉਹ ਨਹੀਂ ਮੰਗਦਾ, ਆਪਣੇ ਹੰਕਾਰ ਤੇ ਹਉਮੈ ਦੇ ਵਿੱਚ ਉਹ ਖੜਾ ਰਹਿੰਦਾ ਹੈ, ਤੇ ਫਿਰ ਖਾਲਸਾ ਪੰਥ ਨੂੰ ਅਸੀਂ ਅਪੀਲ ਕਰਾਂਗੇ ਕਿ ਸਾਰਾ ਖਾਲਸਾ ਪੰਥ ਭਾਰਤੀ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ 295 ਏ ਦੇ ਅਧੀਨ ਗੁਰੂ ਸਾਹਿਬ ਦੀ ਬਾਣੀ ਦੀ ਬੇਅਦਬੀ ਦੀ ਜਿਹੜੀ ਇਹ ਧਾਰਾ ਹੈ ਉਹਦੇ ਅਧੀਨ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਬੈਠਾ ਹੈ ਉਹ ਫਿਰ ਅਸੀਂ ਪਰਚੇ ਦਰਜ ਕਰਵਾਉਣ ਵਾਸਤੇ ਗੱਲ ਕਰਾਂ। ਸਿੰਘ ਸਾਹਿਬ, ਤੁਹਾਡੇ ਮੁਤਾਬਕ ਜਿਹੜਾ ਗਿਆਨੀ ਇਕਬਾਲ ਸਿੰਘ ਦਾ ਬਿਆਨ ਸੀ ਉਹ ਗਲਤ ਸੀ? ਮੇਰੇ ਮੁਤਾਬਕ, ਸਾਰੀ ਕੌਮ ਦੇ ਮੁਤਾਬਕ ਉਹ ਬਿਲਕੁਲ ਗਲਤ ਆ। ਕੀ ਇਸੇ ਖਿਲਾਫ ਕੋਈ ਦੀ ਸੰਤਾਨ ਨਹੀਂ? ਮੈਂ ਕਹਿੰਦਾ ਜੀ ਇਹ ਗੱਲ ਗਿਆਨੀ ਇਕਬਾਲ ਸਿੰਘ ਅੱਜ ਕਿਉਂ ਕਹਿ ਰਿਹਾ ਜਦੋਂ ਤਖਤ ਤੋਂ ਲੱਥਾ। ਜਦੋਂ ਇੱਥੇ ਸੌਦੇ ਸਾਧ ਨੂੰ ਮਾਫ ਕੀਤਾ, ਸਿੰਘ ਸਾਹਿਬਾਨਾਂ ਦੇ ਵਿੱਚ ਪਟਨਾ ਸਾਹਿਬ ਦੇ ਉਹ ਜਥੇਦਾਰ ਸੀ, ਉਦੋਂ 10, 15, 20, 50, 100 ਮੀਟਿੰਗਾਂ ਸਿੰਘ ਸਾਹਿਬਾਨਾਂ ਦੀਆਂ ਹੁੰਦੀਆਂ, ਸੰਪਰਦਾਵਾਂ ਦੀਆਂ ਹੁੰਦੀਆਂ, ਜਥੇਬੰਦੀਆਂ ਦੀਆਂ ਹੁੰਦੀਆਂ। ਮੈਂ ਟਰੈਕ ਤੋਂ ਨਹੀਂ ਲੈਂਦਾ। ਉਦੋਂ ਆਹ ਗੱਲਾਂ ਉਦੋਂ ਕਰਕੇ ਸਾਰੀ ਕੌਮ ਨੂੰ, ਸਾਰੇ ਪੰਥ ਨੂੰ ਸਪਸ਼ਟ ਕਰਦੇ, ਸਾਰੀ ਕੌਮ ਦੀ ਤਸੱਲੀ ਕਰਾਉਂਦੇ ਵੀ ਹਾਂ ਅਸੀਂ ਲਵ ਕੁਸ਼ ਦੀ ਔਲਾਦ ਆ। ਪਰ ਇਹ ਅੱਜ ਪਾਸੇ ਜਾ ਕੇ ਕਿਸੇ ਨੂੰ ਖੁਸ਼ ਕਰਨ ਵਾਸਤੇ ਇਹ ਬਿਲਕੁਲ ਨਹੀਂ ਬਰਦਾਸ਼ਤ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ। ਅਸੀਂ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੇ। ਸਾਡੀ ਇੱਕ ਵੱਖਰੀ ਕੌਮ ਆ, ਸਾਡੀ ਇੱਕ ਵੱਖਰੀ ਹੋਂਦ ਆ। ਇਹੀ ਗੱਲ ਕਿ ਸਿੱਖ ਲਵ ਕੁਸ਼ ਦੀ ਔਲਾਦ ਨੇ, ਇਹੀ ਬਿਆਨ ਗਿਆਨੀ ਪੂਰਨ ਸਿੰਘ ਦਿੰਦਾ ਰਿਹਾ। ਉਸੇ ਗਿਆਨੀ ਪੂਰਨ ਸਿੰਘ ਨੂੰ ਅਕਾਲ ਤਖਤ ਦਾ ਰਜਿਸਟਰ ਕਰਵਾਇਆ ਗਿਆ। ਉਸੇ ਗਿਆਨੀ ਪੂਰਨ ਸਿੰਘ ਨੇ ਜਦੋਂ ਬੀਬੀ ਜਗੀਰ ਕੌਰ ਤੇ ਉਹਦੀ ਰਿਜੈਕਟਰ ਨੂੰ ਘੇਰ ਲਿਆ, ਉਦੋਂ ਉਹਨੂੰ ਜਥੇਦਾਰੀ ਤੇ ਖੋਹ ਲਈ, ਲੇਕਿਨ ਉਹਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਮੁਕਤ ਨਹੀਂ ਕੀਤਾ। ਉਸ ਸ਼ਖਸ ਨੇ 2005 ਤੱਕ ਇਸੇ ਪ੍ਰਬੰਧ ਦੇ ਵਿੱਚ ਨੌਕਰੀ ਕੀਤੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹਦਾ ਜਵਾਬ ਹੈ ਸਰਦਾਰ ਸਾਹਿਬ ਸਰਬੱਤ ਖਾਲਸਾ ਨੇ ਸਾਰਾ ਕੁਝ ਰੱਦ ਕੀਤਾ ਹੋਇਆ। ਇਹ ਜੋ ਕੁਝ ਵੀ ਹੋ ਰਿਹਾ, ਜਿਹੜਾ ਵੀ ਬੰਦਾ ਕਿਸੇ ਵੀ ਅਹੁਦੇ ਦੇ ਉੱਤੇ ਬੈਠਾ ਹੈ, ਉਹ ਜਿਹੜੀ ਵੀ ਬਿਆਨਬਾਜ਼ੀ ਕਰ ਰਿਹਾ ਹੈ, ਉਹ ਆਪਣੀ ਮਨਮਰਜ਼ੀ ਦੇ ਮੁਤਾਬਕ ਕਰ ਰਿਹਾ, ਜਾਂ ਜਿਹੜੇ ਉਹਨਾਂ ਨੂੰ ਥਾਪਦੇ ਨੇ ਉਹਨਾਂ ਦੀ ਮਰਜ਼ੀ ਦੇ ਨਾਲ ਕਰ ਰਿਹਾ। ਇਸ ਕਰਕੇ ਇੱਥੇ ਕੋਈ ਬੰਦਾ ਵਿਸ਼ੇਸ਼ ਨਹੀਂ ਹੈ, ਇੱਥੇ ਮਰਜ਼ਾਦਾ ਵਿਸ਼ੇਸ਼ ਹੈ। ਇੱਥੇ ਉਹਦੇ ਮੁਤਾਬਕ ਗੱਲ ਹੋਊਗੀ। ਫਿਰ ਹੋਈ ਹੈ ਹਾਂ ਕਿ 2015 ਦੇ ਸਰਬੱਤ ਖਾਲਸਾ ਨੇ ਗਿਆਨੀ ਇਕਬਾਲ ਸਿੰਘ ਨੂੰ ਵੀ ਪੰਥ ਤੋਂ ਰੱਦ ਕਰ ਦਿੱਤਾ। ਜਿਸ ਸ਼ਖਸ ਨੂੰ ਅਸੀਂ ਅਸੂਲਨ ਰੱਦ ਕਰਤਾ, ਸਿਧਾਂਤਕ ਰੱਦ ਕਰ ਦਿੱਤਾ, ਸਰਬੱਤ ਖਾਲਸਾ ਦੀ ਸਹਿਮਤੀ ਲੈ ਲਈ ਹੈ, ਉਹ ਹੁਣ ਦੁਬਾਰਾ ਸਪਸ਼ਟੀਕਰਨ ਦੇਣ ਆਵੇ, ਉਹ ਕਹੇਗਾ ਤੁਸੀਂ ਤੇ ਮੈਨੂੰ ਰੱਦ ਕਰ ਦਿੱਤਾ, ਕਿਉਂਕਿ ਉਸ ਬੰਦੇ ਦੇ ਕੋਲ ਤਰਕ ਜ਼ਿਆਦਾ ਨੇ, ਔਰ ਉਹ ਤਰਕ ਇਸ ਕਰਕੇ ਨੇ ਕਿ ਉਹਦੇ ਮਗਰ ਤਾਕਤ ਹੈ। ਸਿੱਖਾਂ ਦੇ ਬਹੁਤ ਅੰਦਰੂਨੀ ਮਸਲੇ ਨੇ ਜਿਨ੍ਹਾਂ ਦਾ ਹੱਲ ਹੈ ਬੈਠ ਕੇ
ਆਪਸ ਵਿੱਚ ਲੜ ਕੇ ਖਲਾਰਾ ਪਾ ਕੇ ਨਹੀਂ। ਅਗਰ ਮੈਨੂੰ ਕੋਈ ਸ਼ੱਕ ਪੈਂਦਾ ਹੈ, ਤੁਹਾਨੂੰ ਕੋਈ ਸ਼ੱਕ ਪੈਂਦਾ ਹੈ, ਇੱਧਰ ਕੋਈ ਸ਼ੱਕ ਪੈਂਦਾ ਹੈ, ਇੱਧਰ ਕੋਈ ਦੁਬਿਧਾ ਪੈਦਾ ਹੁੰਦੀ ਹੈ, ਆਹ ਸਥਾਨ ਬੜਾ ਪਵਿੱਤਰ ਸਥਾਨ ਆ। ਅਗਰ ਇੱਕ ਦੂਜੇ ਦੀ ਅਸੀਂ ਗੱਲ ਨਹੀਂ ਮੰਨਦੇ, ਅਸੀਂ ਕੋਈ ਆਪਸ ਵਿੱਚ ਫੈਸਲਾ ਨਹੀਂ ਕਰ ਸਕਦੇ, ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਫੈਸਲਾ ਜਿਹੜਾ ਹੋ ਸਕਦਾ ਹੈ। ਗੁਰੂ ਸਾਹਿਬ ਨੇ ਸਾਨੂੰ ਸਾਰਾ ਕੁਝ ਮਾਰਗਦਰਸ਼ਨ ਦਿੱਤਾ ਹੋਇਆ। ਸਾਹਿਬ ਜਦੋਂ ਗਿਆਨੀ ਇਕਬਾਲ ਸਿੰਘ ਨੂੰ ਪੁੱਛਿਆ ਗਿਆ, ਪ੍ਰੈਸ ਨੇ ਸਵਾਲ ਜਵਾਬ ਕੀਤੇ, ਉਹਨਾਂ ਇਤਿਹਾਸਕ ਸਰੋਤ ਅੱਗੇ ਰੱਖਤੇ ਆ। ਇਤਿਹਾਸਕ ਸਰੋਤਾਂ ਦੇ ਵਿੱਚ ਕੋਈ ਜ਼ਿਕਰ ਉਹਨਾਂ ਕੀਤਾ ਕਿ ਇਹ ਇਤਿਹਾਸਕ ਸਰੋਤ ਦੱਸਦੇ ਆ ਕਿ ਸਿੱਖ ਲਵ ਕੁਸ਼ ਦੀ ਔਲਾਦ ਆ। ਉਹ ਇਤਿਹਾਸਕ ਸਰੋਤਾਂ ਦੇ ਵਿੱਚ ਜੇ ਕਮੀਆਂ ਵੀ ਤਾਂ ਠੀਕ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਦੇਖੋ, ਮੈਂ ਸਮਝਦਾ ਹਾਂ ਕਿ ਅੱਜ ਤੱਕ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਉਸ ਸਮੇਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਬਣਦਾ ਸੀ, ਜਿੱਥੇ ਉਹਨਾਂ ਨੇ ਪ੍ਰਸਾਰ ਤੇ ਪ੍ਰਚਾਰ ਕਰਨਾ ਸੀ, ਉੱਥੇ ਸਿੱਖ ਇਤਿਹਾਸ ਬਾਰੇ ਜੋ ਸਿੱਖਾਂ ਦਾ ਗੁਰੂਆਂ ਦਾ ਜੀਵਨ ਬਿਊਰਾ ਸਾਰਾ ਮੁੱਖ ਰੱਖ ਕੇ ਉਹਦੇ ਉੱਤੇ ਇੱਕ ਲੰਬੀ ਪੜਤਾਲ ਕਰਕੇ, ਲੰਬੀ ਬਹਿਸ ਕਰਕੇ, ਉਹਦਾ ਨਖੇੜਾ ਕਰਕੇ ਕੌਮ ਦੇ ਸਾਹਮਣੇ ਰੱਖਣਾ ਸੀ। ਬਹੁਤ ਵੱਡੀ ਗਲਤੀ ਹੋਈ ਹੈ, ਬਹੁਤ ਵੱਡੀ ਅਵੱਗਿਆ ਹੋਈ ਹੈ। ਭਾਵੇਂ ਉਹ ਜਥੇਦਾਰ ਰਹੇ ਹੋਣ, ਭਾਵੇਂ ਉਹ ਕਮੇਟੀ ਦੇ ਜਿੰਨੇ ਮਰਜ਼ੀ ਪ੍ਰਧਾਨ ਬਦਲੇ ਹੋਣ ਜਾਂ ਮੈਂਬਰ ਬਦਲੇ ਹੋਣ, ਸਾਰਿਆਂ ਨੇ ਇੱਥੇ ਗੁਰੂ ਦੀ ਗੱਲ ਨਹੀਂ ਕੀਤੀ, ਪੰਥ ਦੀ ਗੱਲ ਨਹੀਂ ਕੀਤੀ। ਸਾਰਿਆਂ ਨੇ ਰੋਟੀਆਂ ਕਾਰਨ ਪੂਰੇ ਤਾਲ ਇੱਥੇ ਗੱਲ। ਬਹੁਤ ਸਾਰੇ ਫੈਸਲੇ, ਬਹੁਤ ਸਾਰੇ ਵਾਅਦੇ ਸਰਬੱਤ ਖਾਲਸਾ ਨੇ 2015 ਚ ਕੌਮ ਨਾਲ ਕੀਤੇ ਨੇ, ਜਿਨ੍ਹਾਂ ਦੇ ਵਿੱਚ ਇਹ ਸੀ ਨਿਯਮਾਂ ਦੀ, ਸਿਧਾਂਤਾਂ ਦੀ ਗੱਲ ਕੀਤੀ ਗਈ ਸੀ। ਕੀ ਕਾਰਨ ਹੈ ਕਿ 4 ਸਾਲ ਬੀਤ ਜਾਣ ਦੇ, 5 ਸਾਲ ਬੀਤ ਜਾਣ ਦੇ ਬਾਅਦ ਵੀ ਸਰਬੱਤ ਖਾਲਸਾ ਦੇ ਜਥੇਦਾਰ ਸਾਹਿਬਾਨ ਕੋਈ ਐਸੀ ਨਿਯਮਾਵਲੀ ਨਹੀਂ ਦੇ ਸਕੇ? ਦੇਖੋ, ਅਸੀਂ ਜੰਗਲ 'ਚ ਗੱਲ ਕਰਾਂਗੇ, ਅਸੀਂ ਸੜਕ ਤੇ ਗੱਲ ਕਰਾਂਗੇ, ਅਸੀਂ ਨਾਕੇ ਤੇ ਖੜ ਕੇ ਗੱਲ ਕਰਾਂਗੇ। ਸਰਦਾਰ ਸਾਹਿਬ, ਉਹ ਗੱਲ ਪੰਥ ਦੇ ਹਿੱਸੇ ਚੰਗੀ ਤਰ੍ਹਾਂ ਨਹੀਂ ਬੈਠ ਸਕਦੀ। ਸਾਨੂੰ ਇੱਥੇ ਤੁਸੀਂ ਅੱਜ ਬਿਠਾਓ, ਤੁਸੀਂ ਕਰੋ ਕਿਰਪਾ, ਇੱਥੇ ਬਿਠਾਓ ਤੇ 6 ਮਹੀਨੇ ਬਾਅਦ ਐਦੋਂ 10 ਗੁਣਾ ਵੱਧ ਮੇਰੇ ਤੋਂ ਜਵਾਬ ਲੈ ਲਓ। ਇੱਕ ਗੱਲ ਤੇ ਆਈਏ ਆਪਾਂ 167 ਸਰੂਪਾਂ ਦੀ ਗੱਲ ਕਰਦੇ ਆ, ਜੇ ਤੱਕ ਲੱਭ ਨਹੀਂ ਰਹੇ ਉਹਨਾਂ ਦੀ ਪੜਤਾਲ ਵੀ ਗ੍ਰੰਥ ਨੂੰ ਮੰਨਦੇ ਹੋ? ਦੇਖੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡਾ ਗੁਰੂ ਹੈ। ਮਾਤਾ ਸਾਹਿਬ ਦੇਵਾ ਸਾਡੀ ਮਾਤਾ ਹੈ, ਉਹਨੇ ਸਾਨੂੰ ਖਾਲਸੇ ਸਾਜਿਆ। ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੀ ਰਚਨਾ ਤੋਂ ਜੋ ਵੀ, ਉਹਨਾਂ ਦੀ ਕਲਮ ਤੋਂ ਜੋ ਵੀ ਸਾਡੇ ਸਾਹਮਣੇ ਆਇਆ, ਉਹ ਸਾਡੇ ਸਿਰ ਮੱਥੇ ਪਰ ਤੇ। ਉਹਦੇ ਵਿੱਚ ਲਿਖਿਆ ਬਚਿੱਤਰ ਨਾਟਕ 'ਚ ਲਿਖਿਆ ਹੋਇਆ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟਿਓ ਨਾਨਕ ਰਾਏ। ਉਹਦੇ ਪਿੱਛੇ ਜਾਈਏ, ਕਾਲ ਕੇਤ ਅਰ ਕਾਲ ਰਾਏ, ਕਾਲ ਕੇਤ ਭਇਓ ਬਰੀ ਅਪਾਰਾ, ਕਾਲ ਰਾਏ ਜੇ ਨਗਰ ਨਿਕਾਲਾ। ਤੁਸੀਂ ਮੈਨੂੰ ਜਵਾਬ ਦਿਓ, ਤੁਸੀਂ ਮੈਨੂੰ ਜਵਾਬ ਦਿਓ ਵੀ ਜਿਹੜੇ ਲਵ ਕੁਸ਼ ਸੀਗੇ ਉਹ ਪਿੱਛੋਂ ਹਿੰਦੂ ਜੰਮੇ ਸੀਗੇ? ਨਹੀਂ, ਉਹਨਾਂ ਦਾ ਜਨਮ ਕਿਹੜੇ ਜਾਤ ਵਿੱਚ ਹੋਇਆ ਸੀ? ਇੱਥੇ ਮਨੁੱਖਤਾ ਦੀ ਗੱਲ ਆ। ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਇਹ ਸਾਨੂੰ ਤੁਸੀਂ ਇਹ ਗੱਲ 'ਚ ਨਾ ਲੁਝਾਓ। ਇਕਬਾਲ ਸਿੰਘ ਬਾਰ-ਬਾਰ ਜਿਹੜੇ ਹੈਗੇ ਨੇ ਉਹ ਉਹਨਾਂ ਇਤਿਹਾਸਕ ਸਰੋਤਾਂ ਦੀ ਗੱਲ, ਉਹਦੀ ਨਰਿੰਦਰ ਮੋਦੀ ਦੇ ਬਿਆਨ ਦੀ ਗੱਲ ਕੀਤੀ ਹੈ। ਰਤਨ ਸਿੰਘ ਜੱਗੀ ਵੱਲੋਂ ਲਿਖਿਆ ਹੋਇਆ ਟੀਕਾ ਦਸਮ ਗ੍ਰੰਥ, ਉਹਦੇ 'ਚ ਲਿਖਿਆ ਹੈ ਤੇ ਸ੍ਰੀ ਰਾਮਾਇਣ ਸਮਾਪਤ ਰਾਮ ਅਵਤਾਰ ਦੇ ਬਾਅਦ, ਉਹਨੂੰ ਕਿਸੇ ਨੇ ਕਟਾਉਣ ਦੀ ਜ਼ਰੂਰਤ ਨਹੀਂ ਕੀਤੀ। ਉਹ ਸਾਰੇ ਸਿੱਖ ਜਿਹੜੇ ਸਿਆਣੇ ਨੇ, ਉਹਨਾਂ ਨੂੰ ਰੌਲਾ ਪਾਉਣ ਦੀ ਕੀ ਲੋੜ ਹੈ? ਜੇ ਉਹ ਪੰਥ ਤੇ ਕੌਮ ਦੇ ਪ੍ਰਤੀ ਵਫਾਦਾਰ ਨੇ, ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਲੱਗਦਾ ਹੈ, ਉਹ ਕੌਮ ਦੇ ਨਾਲ ਬੈਠ ਕੇ ਕਿਉਂ ਨਹੀਂ ਗੱਲ ਕਰਦੇ? ਉਹ ਆਪਣੀ ਕੌਮ ਦੀ ਖਿੱਲੀ ਕਿਉਂ ਡਾਉਂਦੇ ਨੇ? ਕਿ ਬਿਲਕੁਲ ਕਰਾਂਗੇ। ਜੋ ਕੋਈ ਸਾਡੇ ਤੋਂ ਸਰਦਾਰ ਸਾਹਿਬ ਅੱਜ ਤੱਕ ਹੋਇਆ, ਅਸੀਂ ਕੌਮ ਤੇ ਪੰਥ ਵਾਸਤੇ ਕੀਤਾ, ਆਪਣਾ ਗਵਾ ਕੇ ਵੀ ਕੀਤਾ। ਅਗਰ ਕੌਮ ਕਿਤੇ ਮੌਕਾ ਦਊਗੀ ਤੇ ਸਾਰਾ ਕੁਝ ਠੀਕ ਕਰਾਂਗੇ। ਸਭ ਕੁਝ ਅੱਛਾ ਨਹੀਂ ਹੈ। ਚਲੋ ਚੰਗਾ ਚਰਨਜੀਤ ਜੀ। ਸਿੰਘ ਸਾਹਿਬ, 267 ਜਿਹੜੇ ਸਰੂਪ ਇੱਥੋਂ ਗਾਇਬ ਹੋਇਆ, ਉਹਨਾਂ ਬਾਰੇ ਜ਼ਰੂਰ ਕੀ ਹੋਣਾ ਚਾਹੀਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਦੇ ਥੱਲੇ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਆ, ਉਹਨਾਂ ਦੀ ਜਿਹੜੀ ਛਪਾਈ ਹੁੰਦੀ ਆ, ਉਹ ਕਿੱਥੇ ਕਿੱਥੇ ਜਾਂਦੇ ਨੇ, ਹੈ ਨਾ? ਉਹ ਸਾਰਾ ਕੁਝ ਆਪਣੇ ਸਾਹਮਣੇ। ਜੇ ਤਾਂ ਕਿਸੇ ਬਾਹਰ ਕਿਸੇ ਗੁਰਦੁਆਰੇ ਦੇ ਕਿਸੇ ਦੇ ਘਰੋਂ ਇਹ ਚੋਰੀ ਹੋਏ ਹੋਣ, ਫਿਰ ਤਾਂ ਅਸੀਂ ਉੱਥੇ ਜਾ ਕੇ ਪੁੱਛੀਏ ਵੀ ਦੱਸੋ ਕਿੱਧਰ ਗਏ। ਇਹ ਤਾਂ ਸ਼੍ਰੋਮਣੀ ਕਮੇਟੀ ਜਾਂ ਇੱਥੇ ਜਿਹੜੇ ਜਥੇਦਾਰ ਬੈਠੇ ਨੇ ਉਹ ਜਵਾਬ ਦੇਣ ਇਸ ਗੱਲ ਦਾ। ਕੌਮ ਤਾਂ ਸਪਸ਼ਟੀਕਰਨ ਮੰਗਦੀ ਹੈ। ਕੌਮ ਕਿ ਪਹਿਲਾਂ ਕੋਈ FIR ਦਰਜ ਹੋਣੀ ਚਾਹੀਦੀ ਇਸ ਮੁੱਦੇ ਉੱਤੇ। ਤੁਸੀਂ FIR ਦੀ ਗੱਲ ਕਰਦੇ ਹੋ। ਅਕਾਲ ਤਖਤ ਸਾਹਿਬ ਦੇ ਉੱਤੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਪਿਛਲੇ ਸਮੇਂ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ ਹੈ। ਤੇ ਜਿਹੜੀ SGPC ਸੀ, ਉਹ ਦੋਸ਼ੀਆਂ ਨੂੰ ਫੜਾਉਣ ਦੀ ਖਾਤਰ ਇੱਧਰ ਤਾਂ ਜਿਹੜੀ ਸੰਗਤ ਆ ਉਹ FIR ਦਰਜ ਕਰਵਾਉਣ ਡਈ ਹੈ, ਇੱਧਰ ਜਿਹੜੇ ਉਹਨੂੰ ਬਾਹਰ ਭਜਾਇਆ ਜਾ ਰਿਹਾ।
ਔਰ ਜਦੋਂ ਇੱਥੇ ਅਸੀਂ ਬੰਦਾ ਨਹੀਂ ਫੜ ਸਕਦੇ ਅਕਸਰੀ ਉਹ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਹੱਦ ਹੋ ਗਈ। ਇਹ ਤਾਂ ਸ਼੍ਰੋਮਣੀ ਕਮੇਟੀ ਹੈ ਕਿ ਇਹ ਸਿੱਖਾਂ ਦੀ ਵਿਰੋਧੀ ਇੱਕ ਜਮਾਤ ਪੈਦਾ ਹੋਈ ਹੈ। ਲਾਸਟ ਸਿੰਘ ਸਾਹਿਬ ਮੈਂ ਸੁੱਚਾ ਸਿੰਘ ਲੰਗਾਹ ਬਾਰੇ ਗੱਲ ਕਰਨੀ ਚਾਹੂੰਗਾ। ਪੰਥ 'ਚੋਂ ਛੇਕ ਦਿੱਤਾ ਜਾਂਦਾ ਵਾ ਉਹਨੂੰ, ਇੱਕ ਪਾਸੇ ਜਾ ਕੇ 5 ਪਿਆਰੇ ਅੰਮ੍ਰਿਤ ਛਕਾ ਕੇ ਉਹਨੂੰ ਫਿਰ ਪੰਥ 'ਚ ਲੈਣਾ ਚਾਹੁੰਦੇ ਆ, ਪਰ ਅਕਾਲ ਤਖਤ ਸਾਹਿਬ ਤੋਂ 2 ਜਣੇ ਤੇ ਕਾਰਵਾਈ ਜ਼ਰੂਰ ਹੁੰਦੀ ਹੈ ਐਸਜੀਪੀਸੀ ਨੁਮਾਇੰਦੇ ਉੱਤੇ। ਉਹਨਾਂ 5 ਪਿਆਰੇ ਆਣ ਕੇ ਮਾਫੀ ਮੰਗ ਲੈਂਦੇ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। 2 ਬੰਦੇ ਅੰਮ੍ਰਿਤ ਨਹੀਂ ਛਕਾ ਸਕਦੇ। ਅੰਮ੍ਰਿਤ ਛਕਾਉਣ ਦੀ 5 ਪ੍ਰਧਾਨੀ ਮਰਜ਼ਾਦਾ, 5 ਬਾਣੀਆਂ ਦੇ ਜਿਹੜੇ ਨਿਤਨੇਮੀ ਸਿੰਘ ਨੇ ਉਹ 5 ਬਾਣੀਆਂ ਦਾ ਪਾਠ ਕਰਕੇ ਫਿਰ ਅੰਮ੍ਰਿਤ ਛਕਾਉਂਦੇ ਨੇ। ਸਿੰਘ ਸਾਹਿਬ ਜਦੋਂ ਆਣ ਕੇ ਆਪਣਾ ਸਪਸ਼ਟੀਕਰਨ ਦਿੱਤਾ, ਉਹਨਾਂ ਕਿਹਾ ਕਿ ਸਾਡੇ ਉਹ ਲਾਈਨ ਦੇ ਵਿੱਚ ਸੁੱਚਾ ਸਿੰਘ ਲੰਗਾਹ ਲੱਗੇ ਕਿ ਜਿਹੜਾ ਅੰਮ੍ਰਿਤ ਛਕਾਇਆ ਜਾਂਦਾ ਇੰਨਾ ਸੌਖੇ ਕੋਈ ਵੀ ਲਾਈਨ 'ਚ ਲੱਗ ਜੂਗਾ ਤੇ ਅੰਮ੍ਰਿਤ ਪਾਨ ਕਰਵਾ ਦਾਂਗੇ। ਨਹੀਂ, ਕੋਈ ਆਮ ਬੰਦਾ ਜਦੋਂ ਕਿਸੇ ਪਿੰਡ 'ਚ ਉੱਠ ਕੇ ਆਉਂਦਾ ਉਹ ਲੁਕ ਸਕਦਾ ਹੈ। ਜਿਹੜਾ ਬੰਦਾ ਸਰਕਾਰੀ ਦਰਬਾਰੇ 2 ਵਾਰੀ ਮੰਤਰੀ ਰਿਹਾ ਹੋਵੇ, ਕੱਲੇ ਦੇ ਸਾਹਮਣੇ ਉਹਦੀ ਤਸਵੀਰ ਉਹਦੀ ਅੱਖਾਂ ਦੇ ਅੱਗੇ ਹੋਵੇ ਤੇ ਕੀ ਗੱਲ ਆ, ਉਸ ਸੰਪਰਦਾ ਦੇ ਜਿਹੜੇ ਮੁਖੀ ਸੀ ਜਾਂ ਜਿਹੜੇ ਉਹ 5 ਪਿਆਰੇ ਸੀ ਜਾਂ ਜਿਹੜੇ ਉਥੋਂ ਦੇ ਪ੍ਰਬੰਧਕ ਕਮੇਟੀ ਸੀ ਉਹਨਾਂ ਨੇ ਅੱਖਾਂ ਮੀਟੀਆਂ ਸੀ, ਬੁਰਕਾ ਪਾਇਆ ਸੀ। ਰਤਨ ਸਿੰਘ ਜਫਰਵਾਲ ਤੇ ਗੁਰਿੰਦਰਪਾਲ ਸਿੰਘ ਗੋਰਾ ਜਿਹੜੇ ਕਿ ਐਸਜੀਪੀਸੀ ਦੇ ਨੁਮਾਇੰਦੇ ਇੱਕ ਮੈਂਬਰ ਹੈਗੇ ਆ, ਇੱਕ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੈਗੇ ਆ, ਉਹਨਾਂ ਨੂੰ ਤੇ ਤਨਖਾਹੀਆ ਕਰਾਰ ਦੇ ਦਿੱਤਾ ਗਿਆ, ਪਰ 5 ਪਿਆਰੇ ਜਿਹੜੇ ਉਹਨਾਂ ਨੂੰ ਅਜੇ ਬਾਰੇ ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ। ਉਹਨਾਂ ਸ਼ਾਇਦ ਅੰਦਰ ਆਣ ਕੇ ਭੁੱਲ ਬਖਸ਼ਾ ਲਈ ਆ। ਮੈਨੂੰ ਤੁਹਾਨੂੰ ਲੱਗਦਾ ਕਿ ਮਸਲਾ ਭੁੱਲ ਬਖਸ਼ਾਉਣ ਤੱਕ ਸੀਮਤ ਰਹਿਣਾ ਚਾਹੀਦਾ? ਬੁੱਕਲ ਦੇ ਵਿੱਚ ਲੱਡੂ ਭੰਨਣ ਨਾਲ ਕੁਝ ਨਹੀਂ ਬਣਦਾ। ਜੇ ਕੋਈ ਮੇਰੇ ਕੋਲ ਆ ਕੇ ਇਸ ਤਰ੍ਹਾਂ ਦੀ ਗੱਲ ਕਰੂਗਾ, ਮੈਂ ਕਹੂੰਗਾ ਕਿ ਸੰਗਤ ਦੇ ਸਾਹਮਣੇ ਸਪਸ਼ਟੀਕਰਨ ਦੇਣਾ ਪਊ। ਅਕਾਲ ਤਖਤ ਸਾਹਿਬ ਇੱਕ ਜਗ੍ਹਾ ਬਣੀ ਹੈ, ਉੱਥੇ ਸੰਗਤ ਇਕੱਠੀ ਹੁੰਦੀ ਹੈ, ਉੱਥੇ ਜਥੇਦਾਰ ਦੂਸਰੇ ਜਥੇਦਾਰਾਂ ਨਾਲ ਸਲਾਹ ਕਰਕੇ ਮਸ਼ਵਰਾ ਕਰਕੇ ਪੂਰੇ ਮਸਲੇ ਨੂੰ ਵਿਚਾਰ ਕੇ ਸੁਣ ਕੇ ਜਵਾਬ ਤਲਬੀ ਕਰਕੇ ਅਗਰ ਉਹ ਸੰਤੁਸ਼ਟ ਨਹੀਂ ਕਰਾਉਂਦਾ, ਦੋਸ਼ੀ ਜਿਹੜਾ ਹੈ ਉਹ ਸੰਤੁਸ਼ਟੀ ਨਹੀਂ ਕਰਵਾਉਂਦਾ ਜਥੇਦਾਰਾਂ ਦੀ, ਉਹਦੇ ਤੇ ਐਕਸ਼ਨ ਲਿਆ ਜਾਂਦਾ ਹੈ। ਇਹ ਐਕਸ਼ਨ ਚਾਹੀਦਾ ਤੁਹਾਨੂੰ ਕੀ ਲੱਗਦਾ? ਦੋਗਲਾ ਕੰਮ ਜਿਹੜਾ ਹੈ ਇਹ ਪੰਥ ਵਿੱਚ ਨਹੀਂ। 5 ਪਿਆਰਿਆਂ ਨੇ ਇਹੋ ਜੀ ਘਿਨਾਉਣੀ ਕਾਰਵਾਈ ਕੀਤੀ ਆ, ਕਿਉਂਕਿ ਅੰਮ੍ਰਿਤ ਛਕਾ ਦੇਣਾ ਉਸ ਬੰਦੇ ਨੂੰ ਜਿਹਨੂੰ ਪੰਥ ਚੋਂ ਖਾਰਜ ਕੀਤਾ ਗਿਆ, ਕਿਹੋ ਜੀ ਕਾਰਵਾਈ ਹੋਣੀ ਚਾਹੀਦੀ? ਬਿਲਕੁਲ ਉਹੀ ਕਾਰਵਾਈ ਹੋਣੀ ਚਾਹੀਦੀ ਜਿਹੜੀ ਆਮ ਸਿੱਖ ਤੇ ਹੋਣੀ। ਥੈਂਕ ਯੂ ਜੀ। ਸਨ ਧਿਆਨ ਸਿੰਘ ਜੀ ਮੰਡ ਸਿੰਘ ਸਾਹਿਬ ਜਿਹੜੇ ਕਿ ਪਹੁੰਚੇ ਹੈਗੇ ਆ ਅਕਾਲ ਤਖਤ ਸਾਹਿਬ ਤੇ, ਬੜੇ ਬੇਬਾਕ ਹੋ ਕੇ ਬੋਲੇ ਹੈਗੇ 4 ਮੁੱਦਿਆਂ ਤੇ। ਪਾਵਨ ਸਰੂਪ ਜਿਹੜੇ 267 ਸੀ ਜਿਹੜੇ ਕਿ ਇਸ ਟਾਈਮ ਲੱਭ ਨਹੀਂ ਰਹੇ, ਉਹਨਾਂ ਤੇ ਵੀ ਬੇਬਾਕ ਆਵਾਜ਼ ਚੁੱਕੀ ਹੈਗੀ ਆ। ਜੇ ਆਪਾਂ ਗੱਲ ਕਰੀਏ ਮੋਦੀ ਵੱਲੋਂ ਗੋਬਿੰਦ ਰਾਮਾਇਣ ਜਿਹੜੀ ਬੋਲਿਆ ਗਿਆ ਹੈਗਾ ਉਹਦੇ ਉੱਤੇ ਵੀ ਬੇਬਾਕ ਆਪਣੀ ਟਿੱਪਣੀ ਕੀਤੀ ਹੈਗੀ ਆ। ਤੇ ਲਵ ਕੁਸ਼ ਮੁੱਦੇ ਦੇ ਉੱਤੇ ਜਿਹੜਾ ਕਿ ਗਿਆਨੀ ਇਕਬਾਲ ਸਿੰਘ ਕਈ ਦਿਨ ਤੋਂ ਇਤਿਹਾਸਕ ਸਰੋਤਾਂ ਦਾ ਜ਼ਿਕਰ ਕਰਦੇ ਆ, ਉਹਨਾਂ ਇਤਿਹਾਸਕ ਸਰੋਤਾਂ ਦਾ ਬੇਸ਼ੱਕ ਜ਼ਿਕਰ ਕਰਨ ਤੋਂ ਤੇ ਇਨਕਾਰ ਕੀਤਾ ਹੈਗਾ ਵਾ, ਉਹਦੀ ਸੁਧਾਈ ਹੋਣੀ ਚਾਹੀਦੀ ਆ, ਪਰ ਉੱਤੇ ਵੀ ਬੇਬਾਕ ਉਹਨਾਂ ਕਿਹਾ ਹੈਗਾ ਕਿ ਇਹਨਾਂ ਨੇ ਇਹ ਜਿਹੜੀਆਂ ਗਲਤੀਆਂ ਹੈਗੀਆਂ ਵਾ ਆਉਣ ਵਾਲੇ ਸਮੇਂ 'ਚ ਨੁਕਸਾਨਦੇਹ ਹੋ ਸਕਦੀਆਂ ਵਾ। ਧਿਆਨ ਸਿੰਘ ਮੰਡ ਜਿਹੜੇ ਕਿ ਮੱਥਾ ਟੇਕਣ ਪਹੁੰਚੇ ਸੀ, ਦਰਬਾਰ ਸਾਹਿਬ ਨਤਮਸਤਕ ਹੋਇਆ, ਉਸ ਤੋਂ ਬਾਅਦ 'ਚ ਪ੍ਰੈਸ ਨੂੰ ਸੰਬੋਧਨ ਹੋਣ ਤੋਂ ਬਾਅਦ 'ਚ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਜਿਹੜੇ ਵਿਚਾਰ ਰੱਖੇ ਹੈਗੇ ਆ ਇਹ ਸਾਹਮਣੇ ਪੇਸ਼ ਕੀਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।